ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡੇ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਸੁਖੇਜਾ ਟਿਊਸ਼ਨਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਐਨਟੀਟੀ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਾਂ। ਠੀਕ ਹੈ ਜੀ, ਆਪਾਂ ਸਾਰਜੈਂਟ ਯੋਜਨਾ ਬਾਰੇ ਪੜ੍ਹ ਰਹੇ ਸੀਗੇ। ਕੱਲ ਉਸ ਦਾ ਕੁਝ ਪਾਰਟ ਰਹਿ ਗਿਆ ਸੀਗਾ ਜੋ ਕਿ ਅੱਜ ਆਪਾਂ ਪੂਰਾ ਕਰਾਂਗੇ। ਠੀਕ ਹੈ ਜੀ, ਆਪਾਂ ਸਭ ਤੋਂ ਪਹਿਲਾਂ ਕੀ ਪੜ੍ਹੇ ਸੀ? ਆਪਾਂ ਪੜ੍ਹਿਆ ਸੀ ਜੀ ਵੈਸਟ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ ਸੀਗੀ ਐਜੂਕੇਸ਼ਨ ਦੀ, ਕਿੰਡਰਗਾਰਟਨਸ ਦੀ, ਨਰਸਰੀ ਸਕੂਲਸ ਦੀ। ਪੱਛਮ ਦੇ ਵਿੱਚ, ਵੈਸਟ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ ਸੀਗੀ। ਠੀਕ ਹੈ, ਫਿਰ ਆਪਾਂ ਪੜ੍ਹੇ ਜੀ ਕਿ ਇੰਡੀਆ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ। ਠੀਕ ਹੈ ਜੀ, ਹੁਣ ਆਉਣ ਵਾਲੇ ਲੈਕਚਰਸ ਦੇ ਵਿੱਚ ਆਪਾਂ ਕੀ ਪੜ੍ਹਾਂਗੇ? ਪੰਜਾਬ ਨੇ ਕੀ ਕੀਤਾ, ਪੰਜਾਬ ਸਰਕਾਰ ਨੇ ਕੀ ਕੀਤਾ। ਠੀਕ ਹੈ, ਐਜੂਕੇਸ਼ਨ ਲਈ। ਠੀਕ ਹੈ, ਉਹ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਵੈਸਟ ਬਾਰੇ ਪੜ੍ਹਿਆ ਸੀ, ਜਿਹਦੇ ਵਿੱਚ ਕਿ ਆਪਾਂ ਨੇ ਕੋਮੇਨੀਅਸ, ਓਵੇਨ, ਫਰੋਵੈਲ, ਇਸ ਤੋਂ ਬਾਅਦ ਮੈਕਮਿਲਨ, ਠੀਕ ਹੈ, ਮਾਰੀਆ ਮੋਂਟੇਸਰੀ, ਉਹਨਾਂ ਬਾਰੇ ਪੜ੍ਹਿਆ ਸੀ। ਫਿਰ ਇੰਡੀਆ ਦੇ ਵਿੱਚ ਆਪਾਂ ਮਾਰੀਆ ਮੋਂਟੇਸਰੀ ਇੰਡੀਆ ਦੇ ਵਿੱਚ ਪੜ੍ਹੇ। ਠੀਕ ਹੈ, ਸਾਰਜੈਂਟ ਯੋਜਨਾ ਬਾਰੇ ਪੜ੍ਹੇ। ਠੀਕ ਹੈ, ਫਿਰ ਆਪਾਂ ਪੰਜਾਬ ਬਾਰੇ ਪੜਾਂਗੇ, ਸੈਕੰਡਰੀ ਕਮਿਸ਼ਨ, ਕੋਠਾਰੀ ਕਮਿਸ਼ਨ, ਇਹ ਸਾਰਾ ਐਵੇਂ ਲਾਈਨ ਵਾਈਜ਼ ਆਪਣਾ ਚੱਲਦਾ ਜਾਊਗਾ। ਕੋਈ ਵੀ ਲੈਕਚਰ ਤੁਸੀਂ ਮਿਸ ਨਾ ਕਰਿਆ ਕਰੋ ਜੀ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਟੈਸਟ ਸੀਰੀਜ਼ ਵੀ ਚਲਾਵਾਂਗੇ। ਠੀਕ ਹੈ, ਤੁਹਾਨੂੰ ਮੌਕ ਟੈਸਟ ਵੀ ਪ੍ਰੋਵਾਈਡ ਕਰਾਂਗੇ। ਤੇ ਇੱਕ ਰਾਤ ਨੂੰ 10 ਵਜੇ ਆਪਾਂ ਨੇ ਇੱਕ ਹੋਰ ਕਲਾਸ ਸ਼ੁਰੂ ਕੀਤੀ ਹੈ ਜੀ, ਪ੍ਰੈਕਟਿਸ ਸੈੱਟ ਦੀ। ਠੀਕ ਹੈ, ਇੱਕ ਹੋਰ ਕਲਾਸ ਆਪਾਂ ਸ਼ੁਰੂ ਕਰ ਚੁੱਕੇ ਹਾਂ ਜੀ ਪ੍ਰੈਕਟਿਸ ਸੈੱਟ ਦੀ। ਕੱਲ ਉਹਦੀ ਇੱਕ ਕਲਾਸ ਹੋ ਚੁੱਕੀ ਸੀ, ਅੱਜ ਦੂਸਰੀ ਕਲਾਸ ਹੈ। ਉਹ ਕਲਾਸ ਦੇ ਵਿੱਚ ਕੀ ਹੋਇਆ ਕਰੂਗਾ ਜੀ, ਮੈਂ ਸਿਰਫ ਜੋ ਪ੍ਰੀਵੀਅਸ ਈਅਰਸ ਦੇ ਵਿੱਚ ਕੁਐਸਚਨਸ ਆਏ ਹੋਏ ਨੇ, ਠੀਕ ਹੈ, ਜੋ ਪ੍ਰੀਵੀਅਸ ਪੇਪਰਸ ਦੇ ਵਿੱਚ ਕੁਐਸਚਨਸ ਆਏ ਹੋਏ ਨੇ, ਚਾਹੇ ਉਹ ਚੰਡੀਗੜ੍ਹ ਦੀ ਐਨਟੀਟੀ ਵਾਲੇ ਹੋਣ, ਚਾਹੇ ਦਿੱਲੀ ਦੇ ਹੋਣ, ਚਾਹੇ ਪੰਜਾਬ ਦੇ ਹੋਣ, ਉਹ ਸਾਰੇ ਕੁਐਸਚਨਸ ਮੈਂ ਉਹ ਪ੍ਰੀਵੀਅਸ ਸੈੱਟ ਪ੍ਰੈਕਟਿਸ ਸੈੱਟ ਦੇ ਵਿੱਚ ਪ੍ਰੀਵੀਅਸ ਈਅਰ ਕੁਐਸਚਨਸ ਤੁਹਾਨੂੰ ਕਰਵਾਉਂਗੀ। ਤਾਂ ਦੋਨੋਂ ਕਲਾਸਿਸ ਜ਼ਰੂਰ ਲਗਾਇਆ ਕਰੋ ਜੀ। ਇੱਕ ਹੁੰਦੀ ਹੈ 9 ਵਜੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ, ਫਿਰ ਇੱਕ ਹੁੰਦੀ ਹੈ 10 ਵਜੇ। ਠੀਕ ਹੈ, 10 ਵਜੇ ਵਾਲੀ ਕਲਾਸ ਬਹੁਤ ਛੋਟੀ ਜੀ ਹੁੰਦੀ ਹੈ, ਸਾਰੀ 20-25 ਮਿੰਟ ਦੀ ਹੁੰਦੀ ਹੈ। ਕੋਈ ਬੱਚੇ ਕਹਿੰਦੇ ਜੀ ਅਸੀਂ ਸੋਣਾ ਹੁੰਦਾ, ਤਾਂ ਜੇ ਤੁਸੀਂ ਅੱਧਾ ਘੰਟਾ ਲੇਟ ਸੋ ਜਾਓਗੇ ਤਾਂ ਕੋਈ ਚੱਕਰ ਨਹੀਂ ਪਊਗਾ। ਠੀਕ ਹੈ ਜੀ, ਕਰੀਏ ਅੱਜ ਦੀ ਕਲਾਸ ਸਟਾਰਟ। ਦੇਖੋ ਜੀ, ਸਿੱਖਿਆ ਦੀਆਂ ਸਿਫਾਰਸ਼ਾਂ ਦੀ ਸਾਰਜੈਂਟ ਯੋਜਨਾ। ਠੀਕ ਹੈ, ਉਹਨਾਂ ਨੇ ਕੀ ਮਤਲਬ ਸਿਫਾਰਸ਼ਾਂ ਕੀਤੀਆਂ ਸੀ? ਸਾਰਜੈਂਟ ਯੋਜਨਾ ਨੇ ਮਤਲਬ ਐਜੂਕੇਸ਼ਨ ਨੂੰ ਇੰਪਰੂਵ ਕਰਨ ਲਈ ਕੀ ਕੀ ਕੀਤਾ? ਸਭ ਤੋਂ ਫਸਟ, ਵਿਵਹਾਰ ਵਿੱਚ ਸੁਧਾਰ ਕਰੋ। ਆਮ ਵਿਵਹਾਰ ਅਤੇ ਸਮਾਜਿਕ ਤਜਰਬੇ ਦੀ ਤਰੱਕੀ ਲਈ ਇਸ ਨੇ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਦੀ ਸਲਾਹ ਦਿੱਤੀ। ਸਾਰਜੈਂਟ ਯੋਜਨਾ ਨੇ ਵੀ ਕੀ ਕੀਤਾ ਜੀ? ਆਮ ਵਿਵਹਾਰ ਤੇ ਸਮਾਜਿਕ ਤਜਰਬੇ ਦੀ ਤਰੱਕੀ ਲਈ, ਠੀਕ ਹੈ, ਸਮਾਜਿਕ ਤਜਰਬੇ ਦੀ ਤਰੱਕੀ ਲਈ ਇਹਨੇ ਵੀ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਦੀ ਕੀ ਦਿੱਤੀ? ਸਲਾਹ ਦਿੱਤੀ। ਮੁਫਤ ਹਦਾਇਤ, ਪ੍ਰੀ ਪ੍ਰਾਇਮਰੀ ਅਤੇ ਨਰਸਰੀ ਸਕੂਲ ਦੀ ਸਿੱਖਿਆ ਬਿਨਾਂ ਕਿਸੇ ਫੀਸ ਦੇ ਦਿੱਤੀ ਜਾਣੀ ਚਾਹੀਦੀ ਹੈ, ਖੋਜ ਨੇ ਸੁਝਾਅ ਦਿੱਤਾ ਹੈ। ਫਿਰ ਇਹਨਾਂ ਨੇ ਕੀ ਕਿਹਾ ਕਿ ਮੁਫਤ ਐਜੂਕੇਸ਼ਨ, ਫ੍ਰੀ ਐਜੂਕੇਸ਼ਨ, ਠੀਕ ਹੈ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਜੋ ਹਲੇ ਵੀ ਆਪਣਾ ਚੱਲਦੀ ਆ ਰਹੀ ਹੈ। ਇਹਨਾਂ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਤੇ ਜਿਹੜੀ ਨਰਸਰੀ ਸਕੂਲਾਂ ਦੀ ਸਿੱਖਿਆ ਹੈ ਉਹ ਬਿਨਾਂ ਕਿਸੇ ਫੀਸ ਦੇ ਦਿੱਤੀ ਜਾਣੀ ਚਾਹੀਦੀ ਹੈ। ਇਹ ਖੋਜ ਨੇ ਇੱਕ ਸੁਝਾਅ ਦਿੱਤਾ ਸੀਗਾ। ਉਸ ਤੋਂ ਬਾਅਦ ਸਿੱਖਿਆ ਵਿਭਾਗ, ਇਸ ਨੇ ਸੰਸਥਾਵਾਂ ਨੂੰ ਜੂਨੀਅਰ ਬੇਸਿਕ ਸਕੂਲਾਂ ਅਤੇ ਸੀਨੀਅਰ ਬੇਸਿਕ ਸਕੂਲਾਂ ਵਿੱਚ ਵੰਡਣ ਦਾ ਸੁਝਾਅ ਦਿੱਤਾ। ਸਿੱਖਿਆ ਵਿਭਾਗ ਨੇ ਕੀ ਸੁਝਾਅ ਦਿੱਤਾ? ਇਹਨੇ ਸੰਸਥਾਵਾਂ ਨੂੰ ਜੂਨੀਅਰ ਬੇਸਿਕ ਸਕੂਲਾਂ ਅਤੇ ਸੀਨੀਅਰ ਬੇਸਿਕ ਸਕੂਲਾਂ ਵਿੱਚ ਵੰਡਣ ਦਾ ਸੁਝਾਅ ਦਿੱਤਾ ਸੀ। ਵੋਕੇਸ਼ਨਲ ਅਤੇ ਤਕਨੀਕੀ ਸਿੱਖਿਆ, ਵੋਕੇਸ਼ਨਲ ਐਂਡ ਟੈਕਨੀਕਲ ਐਜੂਕੇਸ਼ਨ, ਇਹਦੇ ਵਿੱਚ ਕੀ ਹੋਇਆ ਸੀ? ਇਹਦੇ ਵਿੱਚ ਜੀ ਵਿਦਿਆਰਥੀਆਂ ਦੇ ਹੁਨਰ ਨੂੰ ਸੁਧਾਰਨ ਲਈ, ਵਿਦਿਆਰਥੀਆਂ ਦੇ ਜੋ ਹੁਨਰ ਸੀ ਉਹਨਾਂ ਨੂੰ ਸੁਧਾਰਨ ਲਈ ਰਿਪੋਰਟ ਵਿੱਚ ਵਪਾਰਕ ਅਤੇ ਉਦਯੋਗਿਕ ਵਿਸ਼ਿਆਂ ਨੂੰ ਜੋੜਨ ਦਾ ਸੁਝਾਅ ਦਿੱਤਾ ਗਿਆ। ਠੀਕ ਹੈ, ਵਿਦਿਆਰਥੀਆਂ ਦੇ ਜੋ ਹੁਨਰ ਸੀ ਉਹਨਾਂ ਨੂੰ ਸੁਧਾਰਨ ਲਈ ਕੀ ਕੀਤਾ ਗਿਆ ਸੀ? ਰਿਪੋਰਟ ਦੇ ਵਿੱਚ ਵਪਾਰਕ ਅਤੇ ਉਦਯੋਗਿਕ ਵਿਸ਼ਿਆਂ ਨੂੰ ਜੋੜਨ ਦਾ ਸੁਝਾਅ ਦਿੱਤਾ ਗਿਆ ਸੀ। ਠੀਕ ਹੈ, ਵਪਾਰਕ ਅਤੇ ਉਦਯੋਗਿਕ ਵਿਸ਼ਿਆਂ ਨੂੰ ਜੋੜਨ ਦਾ ਸੁਝਾਅ ਦਿੱਤਾ ਗਿਆ ਸੀ। ਇੱਕ ਵਾਰ ਦੁਬਾਰਾ ਸੁਣ ਲਓ ਜੀ। ਸਿੱਖਿਆ ਦੀਆਂ ਸਿਫਾਰਸ਼ਾਂ ਦੀ ਸਾਰਜੈਂਟ ਯੋਜਨਾ, ਕੀ ਸਾਰਜੈਂਟ ਯੋਜਨਾ ਨੇ ਕੀ ਸਿਫਾਰਸ਼ਾਂ ਕੀਤੀਆਂ ਸੀ ਸਿੱਖਿਆ ਬਾਰੇ? ਸਭ ਤੋਂ ਪਹਿਲਾਂ ਵਿਵਹਾਰ ਵਿੱਚ ਸੁਧਾਰ ਕਰੋ।
ਆਮ ਵਿਹਾਰ ਅਤੇ ਸਮਾਜਿਕ ਤਜਰਬੇ ਦੀ ਤਰੱਕੀ ਦੇ ਲਈ ਇਸਨੇ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਦੀ ਸਲਾਹ ਦਿੱਤੀ ਸੀ। ਠੀਕ ਹੈ, ਕੀ ਕੀਤਾ ਸੀ ਜੀ, ਇਹਨੇ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਦੀ ਸਲਾਹ ਦਿੱਤੀ। ਫਿਰ ਇਹਨੇ ਕਿਹਾ ਕਿ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਪ੍ਰੀ ਪ੍ਰਾਇਮਰੀ ਅਤੇ ਨਰਸਰੀ ਸਕੂਲ ਦੀ ਸਿੱਖਿਆ ਬਿਨਾਂ ਕਿਸੇ ਫੀਸ ਦੇ ਦਿੱਤੀ ਜਾਣੀ ਚਾਹੀਦੀ ਹੈ। ਇਹ ਇੱਕ ਖੋਜ ਦੇ ਰਾਹੀਂ ਵੀ ਸੁਝਾਅ ਦਿੱਤਾ ਗਿਆ ਸੀ। ਫਿਰ ਸਿੱਖਿਆ ਵਿਭਾਗ ਨੇ ਕੀ ਕਿਹਾ ਜੀ, ਇਸਨੇ ਸੰਸਥਾਵਾਂ ਨੂੰ ਜੂਨੀਅਰ ਬੇਸਿਕ ਸਕੂਲ ਤੇ ਸੀਨੀਅਰ ਬੇਸਿਕ ਸਕੂਲਾਂ ਵਿੱਚ ਵੰਡਣ ਦਾ ਸੁਝਾਅ ਦਿੱਤਾ ਸੀ। ਠੀਕ ਹੈ, ਇਹਨੇ ਸੰਸਥਾਵਾਂ ਨੂੰ ਜੂਨੀਅਰ ਬੇਸਿਕ ਸਕੂਲ ਤੇ ਸੀਨੀਅਰ ਬੇਸਿਕ ਸਕੂਲਾਂ ਵਿੱਚ ਵੰਡਣ ਦਾ ਕੀ ਕੀਤਾ, ਸੁਝਾਅ ਦਿੱਤਾ। ਵੋਕੇਸ਼ਨਲ ਅਤੇ ਟੈਕਨੀਕੀ ਸਿੱਖਿਆ, ਵੋਕੇਸ਼ਨਲ ਤੇ ਟੈਕਨੀਕਲ ਐਜੂਕੇਸ਼ਨ ਨੂੰ ਜੋੜਨ ਲਈ ਇਹਨੇ ਸਿਫਾਰਿਸ਼ ਕੀਤੀ ਸੀ। ਵਿਦਿਆਰਥੀਆਂ ਦੇ ਹੁਨਰ ਨੂੰ, ਜੋ ਵਿਦਿਆਰਥੀਆਂ ਦੇ ਵਿੱਚ ਇੰਟਰਸਟ ਹੈ, ਉਹਨਾਂ ਦਾ ਹੁਨਰ ਹੈ, ਉਹਨੂੰ ਸੁਧਾਰਨ ਲਈ ਰਿਪੋਰਟ ਵਿੱਚ ਵਪਾਰਕ ਅਤੇ ਉਦਯੋਗਿਕ ਵਿਸ਼ਿਆਂ ਨੂੰ ਜੋੜਨ ਦਾ ਸੁਝਾਅ ਦਿੱਤਾ ਗਿਆ ਸੀ। ਠੀਕ ਹੈ, ਰਿਪੋਰਟ ਦੇ ਵਿੱਚ ਵਪਾਰਕ, ਜੋ ਵੀ ਬੱਚੇ ਨੇ ਅੱਗੇ ਜਾ ਕੇ ਵਪਾਰ ਕਰਨਾ ਹੈ, ਜਾਂ ਉਦਯੋਗਿਕ ਵਿਸ਼ਿਆਂ ਨੂੰ ਜੋੜਨ ਦਾ ਸੁਝਾਅ ਦਿੱਤਾ ਗਿਆ ਸੀ। ਸਮਝ ਆ ਗਿਆ ਜੀ, ਬਿਲਕੁਲ ਇਹਦੀ ਚੀਜ਼ ਸੀ। ਨੈਕਸਟ ਆ ਜਾਓ, ਯੋਗਤਾ ਪ੍ਰਾਪਤ ਇੰਸਟ੍ਰਕਟਰਾਂ ਦੀ ਭਰਤੀ। ਹੁਣ ਇਹਨਾਂ ਨੇ ਕੀ ਕਿਹਾ ਕਿ ਜਿਨ੍ਹਾਂ ਦੇ ਵਿੱਚ ਐਫੀਸ਼ੀਐਂਸੀ ਹੈਗੀ ਹੈ, ਜੋ ਐਫੀਸ਼ੀਐਂਟ ਹੈ, ਜੋ ਪੜ੍ਹੇ ਲਿਖੇ ਹੈ, ਉਹੀ ਇੰਸਟ੍ਰਕਟਰਸ ਦੀ ਭਰਤੀ, ਮਤਲਬ ਉਹੀ ਟੀਚਰਸ ਦੀ ਭਰਤੀ ਕਰਨੀ ਚਾਹੀਦੀ ਹੈ। ਠੀਕ ਹੈ, ਯੋਗਤਾ ਪ੍ਰਾਪਤ ਇੰਸਟ੍ਰਕਟਰਾਂ ਦੀ ਭਰਤੀ। ਇਸ ਅਧਿਐਨ ਅਨੁਸਾਰ ਸਕੂਲਾਂ ਨੂੰ ਯੋਗ ਅਧਿਆਪਕਾਂ ਦੀ ਨਿਯੁਕਤੀ ਕਰਨ ਦੀ ਲੋੜ ਸੀ। ਉਹਨਾਂ ਨੂੰ ਇੱਕ ਠੋਸ ਸਿੱਖਿਆ ਅਤੇ ਸਿਖਲਾਈ ਦੀ ਲੋੜ ਸੀ। ਇਹਨਾਂ ਨੇ ਕੀ ਕਿਹਾ ਕਿ ਅਗਰ ਤੁਸੀਂ ਸਕੂਲ ਚਲਾਣੇ ਹੈ, ਅਗਰ ਤੁਸੀਂ ਨਰਸਰੀ ਸਕੂਲਸ ਚਲਾਣੇ ਹੈ, ਤਾਂ ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈ, ਉਹਦੇ ਵਿੱਚ ਯੋਗਤਾ ਪ੍ਰਾਪਤ ਇੰਸਟ੍ਰਕਟਰਾਂ ਦੀ ਹੀ ਭਰਤੀ ਹੋਣੀ ਚਾਹੀਦੀ ਹੈ। ਐਵੇਂ ਨਹੀਂ ਕਿ ਤੁਸੀਂ ਜਿਨ੍ਹਾਂ ਨੂੰ ਨਰਸਰੀ ਐਨਟੀਟੀ, ਜਿਵੇਂ ਹੁਣ ਤੁਸੀਂ ਐਨਟੀਟੀ ਕੀਤੀ ਹੈ, ਠੀਕ ਹੈ, ਤੁਸੀਂ ਯੋਗਤਾ ਪ੍ਰਾਪਤ ਕੀਤੀ ਹੈ, ਉਹ ਤੋਂ ਬਾਅਦ ਤੁਸੀਂ ਨਰਸਰੀ ਟੀਚਰ ਲੱਗੋਗੇ। ਤਾਂ ਉਹਨਾਂ ਨੇ ਵੀ ਇਸੀ ਰਿਪੋਰਟ ਦੇ ਵਿੱਚ ਆਹੀ ਕਿਹਾ ਸੀ ਕਿ ਅਧਿਐਨ ਟੀਚਿੰਗ ਵਾਸਤੇ, ਠੀਕ ਹੈ, ਯੋਗਿਤਾ ਦੇ ਅਨੁਸਾਰ ਹੀ ਟੀਚਰਸ ਨੂੰ ਰੱਖਣਾ ਚਾਹੀਦਾ ਹੈ। ਇਸ ਅਧਿਐਨ ਅਨੁਸਾਰ ਸਕੂਲਾਂ ਨੂੰ, ਠੀਕ ਹੈ, ਯੋਗ ਅਧਿਆਪਕਾਂ ਦੀ ਨਿਯੁਕਤੀ ਕਰਨ ਦੀ ਲੋੜ ਸੀ। ਠੀਕ ਹੈ, ਜਿਨ੍ਹਾਂ ਨੂੰ ਨਰਸਰੀ ਦੇ ਸਟੂਡੈਂਟਸ ਦੀ, ਕਿੰਡਰਗਾਰਟਨਸ ਦੇ ਬੱਚਿਆਂ ਦੀ, ਪਲੇਵੇਸ ਦੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਆਉਂਦੀ ਹੋਵੇ, ਉਹਨਾਂ ਦੀ ਲੋੜ ਸੀ। ਉਹਨਾਂ ਨੂੰ ਇੱਕ ਠੋਸ ਸਿੱਖਿਆ ਅਤੇ ਸਿਖਲਾਈ ਦੀ ਲੋੜ ਸੀ, ਤੇ ਉਹਨਾਂ ਨੂੰ ਉਸ ਤੋਂ ਬਾਅਦ ਇੱਕ ਠੋਸ ਵਧੀਆ ਸਿੱਖਿਆ ਅਤੇ ਸਿਖਲਾਈ ਦੀ ਵੀ ਲੋੜ ਸੀ। ਉਸ ਤੋਂ ਬਾਅਦ ਮੂਲ ਭਾਸ਼ਾ। ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਕਿ ਜਿੱਥੇ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਇੱਕ ਲੋੜ ਬਣਾਇਆ ਜਾਣਾ ਚਾਹੀਦਾ ਹੈ, ਉੱਥੇ ਮਾਤ ਭਾਸ਼ਾ ਨੂੰ ਅਧਿਆਪਨ ਦੇ ਪ੍ਰਾਇਮਰੀ ਮਾਧਿਅਮ ਵਜੋਂ ਕੰਮ ਕਰਨਾ ਚਾਹੀਦਾ ਹੈ। ਹੁਣ ਰਿਪੋਰਟ ਨੇ ਕੀ ਸੁਝਾਅ ਦਿੱਤਾ ਕਿ ਜਿੱਥੇ ਕਿ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਿੱਚੋਂ ਪੜ੍ਹਾਇਆ ਜਾਣਾ ਚਾਹੀਦਾ ਹੈ, ਠੀਕ ਹੈ, ਦੂਜੀ ਭਾਸ਼ਾ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਇੱਕ ਲੋੜ ਬਣਾਇਆ ਜਾਣਾ ਚਾਹੀਦਾ ਹੈ, ਤੇ ਫਿਰ ਉਸ ਦੀ ਜਗ੍ਹਾ, ਮਤਲਬ ਉੱਥੇ ਮਾਤ ਭਾਸ਼ਾ ਨੂੰ ਅਧਿਆਪਨ ਦੇ ਪ੍ਰਾਇਮਰੀ ਮਾਧਿਅਮ ਵਜੋਂ ਕੰਮ ਕਰਨਾ ਚਾਹੀਦਾ ਹੈ। ਠੀਕ ਹੈ, ਮਤਲਬ ਆਪਾਂ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ, ਮੂਲ ਭਾਸ਼ਾ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਤੇ ਇਹ ਵੀ ਸੁਝਾਅ ਦਿੱਤਾ ਗਿਆ ਕਿ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਇੱਕ ਲੋੜ ਬਣਾਇਆ ਜਾਣਾ ਚਾਹੀਦਾ ਹੈ। ਠੀਕ ਹੈ, ਤੇ ਮਾਤ ਭਾਸ਼ਾ ਨੂੰ ਅਧਿਆਪਨ, ਟੀਚਿੰਗ ਦੇ ਪ੍ਰਾਇਮਰੀ ਮੀਡੀਅਮ ਵਜੋਂ ਕੰਮ ਕਰਨਾ ਚਾਹੀਦਾ ਹੈ। ਠੀਕ ਹੈ ਜੀ, ਨੈਕਸਟ ਦੇਖੋ, ਬਾਲਗਾਂ ਲਈ ਸਿੱਖਿਆ। ਰਿਪੋਰਟ ਵਿੱਚ 10 ਤੋਂ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪੜ੍ਹਾਉਣ ਦੀ ਵੀ ਵਕਾਲਤ ਕੀਤੀ ਗਈ ਸੀ। ਉਹਨਾਂ ਨੂੰ ਆਮ ਸਿੱਖਿਆ, ਟੈਕਨੀਕਲ ਸਿੱਖਿਆ ਅਤੇ ਕਿੱਤਾਮੁਖੀ ਸਿੱਖਿਆ ਨੂੰ ਅੱਗੇ ਵਧਾਉਣ ਦੀ ਸਲਾਹ ਦਿੱਤੀ ਗਈ ਸੀ। ਮਤਲਬ ਅਡਲਟਸ ਲਈ ਐਜੂਕੇਸ਼ਨ ਫॉर ਅਡਲਟਸ, ਬਾਲਗਾਂ ਲਈ ਸਿੱਖਿਆ। ਰਿਪੋਰਟ ਵਿੱਚ ਜਿਹੜੇ 10 ਤੋਂ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ, ਠੀਕ ਹੈ, ਉਹਨਾਂ ਨੂੰ ਵੀ ਪੜ੍ਹਾਉਣ ਦੀ ਵਕਾਲਤ ਕੀਤੀ ਗਈ ਸੀ। ਠੀਕ ਹੈ, ਉਹਨਾਂ ਨੂੰ ਆਮ ਸਿੱਖਿਆ,
ਟੈਕਨੀਕਲ ਐਜੂਕੇਸ਼ਨ ਅਤੇ ਕਿੱਤਾ ਮੁਖੀ ਸਿੱਖਿਆ ਨੂੰ ਅੱਗੇ ਵਧਾਉਣ ਦੀ ਸਲਾਹ ਦਿੱਤੀ ਗਈ ਸੀ। ਠੀਕ ਹੈ, 10 ਤੋਂ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪੜ੍ਹਾਉਣ ਦੀ ਵੀ ਵਕਾਲਤ ਕੀਤੀ ਗਈ ਸੀ ਤੇ ਉਹਨਾਂ ਨੂੰ ਆਮ ਸਿੱਖਿਆ, ਤਕਨੀਕੀ ਸਿੱਖਿਆ ਅਤੇ ਕਿੱਤਾ ਮੁਖੀ ਸਿੱਖਿਆ ਨੂੰ ਅੱਗੇ ਵਧਾਉਣ ਦੀ ਸਲਾਹ ਦਿੱਤੀ ਗਈ ਸੀ। ਕਲੀਅਰ ਹੈ ਜੀ। ਸਰਜੈਂਟ ਰਿਪੋਰਟ ਨੇ ਕੀ ਸਿਫਾਰਸ਼ਾਂ ਕੀਤੀਆਂ ਸੀ, ਸਾਰਿਆਂ ਨੂੰ ਤੁਹਾਨੂੰ ਸਮਝ ਆ ਗਿਆ ਹੋਊਗਾ ਚੰਗੀ ਤਰ੍ਹਾਂ। ਠੀਕ ਹੈ, ਵਿਵਹਾਰ ਵਿੱਚ ਸੁਧਾਰ ਕਰੋ, ਮਤਲਬ ਸਮਾਜਿਕ ਤਜਰਬੇ ਦੀ ਤਰੱਕੀ ਲਈ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਸਲਾਹ ਦਿੱਤੀ। ਮੁਫਤ ਹਦਾਇਤਾਂ। ਫਿਰ ਸਿੱਖਿਆ ਵਿਭਾਗ ਨੇ ਜੂਨੀਅਰ ਤੇ ਬੇਸਿਕ ਸਿੱਖਿਆ 2 ਪੜਾਵਾਂ ਦੇ ਵਿੱਚ ਵੰਡਣ ਦਾ ਸੁਝਾਅ ਦਿੱਤਾ ਸੀ। ਫਿਰ ਵੋਕੇਸ਼ਨਲ ਤੇ ਟੈਕਨੀਕਲ ਐਜੂਕੇਸ਼ਨ ਆ ਗਈ ਸੀ। ਫਿਰ ਯੋਗਤਾ ਪ੍ਰਾਪਤ ਇੰਸਟ੍ਰਕਟਰਾਂ ਦੀ ਭਰਤੀ ਹੋ ਗਈ ਸੀ। ਫਿਰ ਮੂਲ ਭਾਸ਼ਾ ਮਤਲਬ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ ਤੇ ਫਿਰ ਬਾਲਗਾਂ ਲਈ ਸਿੱਖਿਆ। ਕਲੀਅਰ ਹੈ ਜੀ। ਕਲੀਅਰ ਹੈ ਸਾਰਿਆਂ ਨੂੰ। ਸਾਰਜੈਂਟ ਯੋਜਨਾ ਬਾਰੇ ਸਭ ਸਮਝ ਆ ਗਿਆ ਜੀ। ਠੀਕ ਹੈ ਜੀ। ਸਿੱਖਿਆ ਦੀ ਸਾਰਜੈਂਟ ਯੋਜਨਾ। ਸਿੱਖਿਆ ਦੀ ਸਾਰਜੈਂਟ ਯੋਜਨਾ ਪਹਿਲੀ ਯੋਜਨਾ ਸੀ ਜੋ ਹਰ ਪੱਧਰ ਉੱਤੇ ਸਿੱਖਿਆ ਨੂੰ ਮੰਨਦੀ ਸੀ। ਠੀਕ ਹੈ, ਜਿਹੜੀ ਇਹ ਸਾਰਜੈਂਟ ਯੋਜਨਾ ਸੀ, ਇਹੀ ਇੱਕ ਅਜਿਹੀ ਪਹਿਲੀ ਯੋਜਨਾ ਸੀ ਜਿਹੜੀ ਕਿ ਹਰ ਪੱਧਰ ਉੱਤੇ ਸਿੱਖਿਆ ਨੂੰ ਮੰਨਦੀ ਸੀ। ਠੀਕ ਹੈ, ਜਿਹੜੀ ਹਰ ਪੱਧਰ ਤੇ ਸਿੱਖਿਆ ਨੂੰ ਮੰਨਦੀ ਸੀ। ਇਸ ਤੋਂ ਇਲਾਵਾ ਅਧਿਆਪਕਾਂ ਦੀ ਤਿਆਰੀ ਉੱਤੇ ਜ਼ੋਰ ਦਿੱਤਾ ਗਿਆ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਸਿੱਖਿਆ ਨੂੰ ਮੰਨਿਆ। ਠੀਕ ਹੈ, ਹਰ ਪੱਧਰ ਤੇ, ਚਾਹੇ ਉਹ ਸਕੂਲ ਲੈਵਲ ਤੇ ਸੀ, ਫਿਰ ਬੇਸਿਕ, ਜੂਨੀਅਰ, ਹਾਈ ਸਕੂਲ, ਠੀਕ ਹੈ, ਜੋ ਵੀ ਸੀ ਹਰ ਲੈਵਲ ਤੇ ਉਹਨੂੰ ਮੰਨਦੀ ਸੀ। ਅਧਿਆਪਕਾਂ ਦੀ ਤਿਆਰੀ ਦੇ ਉੱਤੇ, ਠੀਕ ਹੈ, ਅਧਿਆਪਕਾਂ ਦੀ ਤਿਆਰੀ ਉੱਤੇ ਜ਼ੋਰ ਦਿੱਤਾ ਗਿਆ। ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸੁਤੰਤਰ ਬਣਨ ਲਈ ਤਿਆਰ ਕਰਨ ਉੱਤੇ ਜ਼ੋਰ ਦਿੱਤਾ ਗਿਆ। ਠੀਕ ਹੈ, ਜਿਹੜੇ ਕਿ ਆਪਣੇ ਸਟੂਡੈਂਟ ਸੀ ਫਿਊਚਰ ਦੇ ਵਿੱਚ ਉਹਨਾਂ ਨੂੰ ਇੰਡੀਪੈਂਡੈਂਟ ਬਣਨ ਲਈ ਤਿਆਰ ਕਰਨ ਉੱਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਸਰੀਰਕ ਅਪੰਗਤਾ ਦੀ ਸਿੱਖਿਆ ਉੱਤੇ ਜ਼ੋਰ ਦਿੱਤਾ ਗਿਆ। ਠੀਕ ਹੈ, ਜੋ ਕਿ ਫਿਜ਼ੀਕਲੀ ਹੈਂਡੀਕੈਪ ਸੀਗੇ ਉਹਨਾਂ ਬੱਚਿਆਂ ਦੀ ਸਿੱਖਿਆ ਉੱਤੇ ਵੀ ਜ਼ੋਰ ਦਿੱਤਾ ਗਿਆ। ਸਿੱਖਿਆ ਵਿਭਾਗ ਦੀ ਸਥਾਪਨਾ ਸਰਕਾਰ ਦੁਆਰਾ 1945 ਵਿੱਚ ਕੀਤੀ ਗਈ ਸੀ। ਸਿੱਖਿਆ ਵਿਭਾਗ ਦੀ ਜਿਹੜੀ ਸਥਾਪਨਾ ਸੀ ਉਹ ਸਰਕਾਰ ਦੁਆਰਾ ਕਦੋਂ ਕੀਤੀ ਗਈ ਜੀ? 1945 ਵਿੱਚ ਕੀਤੀ ਗਈ ਸੀ। ਸਿੱਖਿਆ ਵਿਭਾਗ ਦੀ ਸਥਾਪਨਾ ਸਰਕਾਰ ਦੁਆਰਾ 1945 ਵਿੱਚ ਕੀਤੀ ਗਈ ਸੀ। ਠੀਕ ਹੈ, ਸਿੱਖਿਆ ਦੀ ਸਾਰਜੈਂਟ ਯੋਜਨਾ ਬਾਰੇ ਕੀ ਕਨਕਲੂਜਨ, ਕੀ ਸਿੱਟਾ ਆਪਾਂ ਨੇ ਕੱਢਿਆ ਕਿ ਸਿੱਖਿਆ ਦੀ ਸਾਰਜੈਂਟ ਯੋਜਨਾ ਪਹਿਲੀ ਯੋਜਨਾ ਸੀ ਜੋ ਹਰ ਪੱਧਰ ਉੱਤੇ ਸਿੱਖਿਆ ਨੂੰ ਮੰਨਦੀ ਸੀ। ਠੀਕ ਹੈ, ਜੋ ਕਿ ਹਰ ਪੱਧਰ ਉੱਤੇ ਸਿੱਖਿਆ ਨੂੰ ਮੰਨਦੀ ਸੀ। ਇਸ ਤੋਂ ਇਲਾਵਾ ਅਧਿਆਪਕਾਂ ਦੀ ਤਿਆਰੀ ਉੱਤੇ ਜ਼ੋਰ ਦਿੱਤਾ ਗਿਆ ਸੀ। ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸੁਤੰਤਰ ਬਣਨ ਲਈ ਤਿਆਰ ਕਰਨ ਉੱਤੇ ਜ਼ੋਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਰੀਰਕ ਅਪੰਗਤਾ ਦੀ ਸਿੱਖਿਆ ਉੱਤੇ ਜ਼ੋਰ ਦਿੱਤਾ ਗਿਆ ਸੀ। ਸਿੱਖਿਆ ਵਿਭਾਗ ਦੀ ਸਥਾਪਨਾ ਸਰਕਾਰ ਦੁਆਰਾ 1945 ਵਿੱਚ ਕੀਤੀ ਗਈ ਸੀ। ਕਲੀਅਰ ਹੈ ਸਟੂਡੈਂਟਸ। ਬਾਕੀ ਦੇਖੋ ਅਗਰ ਕੁਝ ਵੀ ਰਹਿੰਦਾ ਹੈ ਆਪਣੀਆਂ ਹਲੇ ਤਾਂ ਜਦੋਂ ਤੱਕ ਐਗਜ਼ਾਮ ਨਹੀਂ ਹੁੰਦਾ ਉਦੋਂ ਤੱਕ ਆਪਾਂ ਨੇ ਕਲਾਸਿਸ ਲਗਾਈ ਜਾਣੀ ਹੈ। ਕੁਝ ਵੀ ਮੈਨੂੰ ਲੱਗਿਆ ਕਿ ਇੰਪੋਰਟੈਂਟ ਹੋਰ ਕੁਝ ਹੈਗਾ ਐਡ ਔਨ ਕਰਨ ਲਈ ਤਾਂ ਉਹ ਮੈਂ ਆਉਣ ਵਾਲੇ ਲੈਕਚਰਸ ਦੇ ਵਿੱਚ ਕਰਵਾ ਦੂੰਗੀ। ਠੀਕ ਹੈ, ਅਗਰ ਮੈਨੂੰ ਕੁਝ ਵੀ ਲੱਗਿਆ ਕਿ ਬੱਚਿਆਂ ਨੂੰ ਇਹ ਵੀ ਆਉਣਾ ਚਾਹੀਦਾ ਹੈ ਜਾਂ ਇਹ ਵੀ ਦੱਸਣਾ ਚਾਹੀਦਾ ਹੈ ਤਾਂ ਮੈਂ ਆਉਣ ਵਾਲੇ ਲੈਕਚਰਸ ਦੇ ਵਿੱਚ ਉਹ ਤੁਹਾਨੂੰ ਕਰਵਾ ਦੂੰਗੀ। ਠੀਕ ਹੈ, 2 ਮਿੰਟ ਵੇਟ ਕਰੋ ਜੀ, ਮੈਂ ਇਹਦੇ ਕੁਐਸਚਨਸ ਤੁਹਾਨੂੰ ਕਰਵਾ ਰਹੀ ਹਾਂ। ਹੁਣ ਇਹਦੇ ਕੁਐਸਚਨਸ ਆਪਾਂ ਕਰਾਂਗੇ ਜੀ। 2 ਮਿੰਟ ਸਕਰੀਨ ਬਲੈਕ ਹੋਏਗੀ ਜੀ। ਦੇਖੋ ਹਲੇ ਜੋ ਵੀ ਮੈਨੂੰ ਇੰਪੋਰਟੈਂਟ ਲੱਗਦੇ ਆ ਕੁਐਸਚਨਸ ਮੈਂ ਉਹ ਲੈ ਕੇ ਆਨੀ ਆ ਤੁਹਾਡੇ ਲਈ। ਠੀਕ ਹੈ, ਬਾਕੀ ਕੁਐਸਚਨਸ ਤੇ ਆਪਣਾ ਪੂਰਾ ਕੰਮ ਚੱਲ ਰਿਹਾ ਸਟੂਡੈਂਟਸ। ਠੀਕ ਹੈ, ਤੁਹਾਡੇ ਲਈ ਇੱਕ ਪੂਰੀ ਅੱਛੀ ਵਧੀਆ ਤਰੀਕੇ ਦੀ ਇੱਕ ਬੁਕਲੇਟ ਤੁਹਾਨੂੰ ਦਿੱਤੀ ਜਾਏਗੀ ਤਿਆਰ ਕਰਕੇ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ ਪੇਪਰ ਦੇ ਟਾਈਮ। ਠੀਕ ਹੈ, ਹਲੇ ਤੁਸੀਂ ਥਿਊਰੀ ਨੂੰ ਬਹੁਤ ਚੰਗੀ ਤਰ੍ਹਾਂ ਕਰੋ ਤਾਂ ਕਿ ਜਿਹੜੀ ਕੁਐਸਚਨਸ ਦੀ ਬੁਕਲੇਟ ਹੋਏਗੀ ਉਹਨੂੰ ਤੁਸੀਂ ਬਹੁਤ ਹੀ ਆਰਾਮ ਨਾਲ ਸੋਲਵ ਕਰ ਸਕੋ। ਠੀਕ ਹੈ ਜੀ, ਪਹਿਲਾ ਕੁਐਸਚਨ ਦੇਖੋ, ਸਾਰਜੈਂਟ ਰਿਪੋਰਟ ਕਿਸ ਸਾਲ ਵਿੱਚ ਦਰਜ ਕੀਤੀ ਗਈ ਸੀ? ਦੱਸੋ ਜੀ, ਜਿਹੜੀ ਸਾਰਜੈਂਟ ਰਿਪੋਰਟ ਸੀਗੀ ਉਹ ਕਿਸ ਸਾਲ ਦੇ ਵਿੱਚ ਦਰਜ ਕੀਤੀ ਗਈ ਸੀ? 1948, 1944, 1946 ਜਾਂ 1945?
बहुत बार ਆਪਾਂ ਨੇ ਪੜ੍ਹਿਆ ਜੀ ਕਦੋਂ ਸਾਰਜੈਂਟ ਰਿਪੋर्ट ਬਣੀ ਸੀ ਜੀ 1944 ਦੇ ਵਿੱਚ। ਠੀਕ ਹੈ, ਇਹਦਾ ਆਪਾਂ ਨੇ ਸ਼ੁਰੂ ਹੀ ਐਵੇਂ ਕੀਤਾ ਸੀ ਸਾਰਜੈਂਟ ਰਿਪੋर्ट 1944। ਠੀਕ ਹੈ ਜੀ, ਅਗਲੇ ਕੁਐਸਚਨ ਤੇ ਆ ਜਾਓ। ਸਾਲ 1944 ਵਿੱਚ ਘੋਸ਼ਿਤ ਕੀਤੀ ਗਈ ਸਾਰਜੈਂਟ ਯੋਜਨਾ ਕਿਸ ਨਾਲ ਸੰਬੰਧਿਤ ਸੀ? ਠੀਕ ਹੈ, ਸਾਲ 1944 ਵਿੱਚ ਘੋਸ਼ਿਤ ਕੀਤੀ ਗਈ ਸਾਰਜੈਂਟ ਯੋਜਨਾ ਕਿਸ ਨਾਲ ਸੰਬੰਧਿਤ ਸੀ? ਦੱਸੋ ਜੀ ਕਿਸ ਨਾਲ ਸੰਬੰਧਿਤ ਸੀ? ਪਹਿਲਾ, ਭਾਰਤ ਵਿੱਚ ਜੰਗ ਤੋਂ ਬਾਅਦ ਦਾ ਮਿਲਟਰੀ ਵਿਕਾਸ, ਮਤਲਬ ਉਦੋਂ ਸੈਕਿੰਡ ਵਰਲਡ ਵਾਰ ਬਾਰੇ ਆਪਾਂ ਨੇ ਗੱਲ ਕੀਤੀ ਸੀ ਆਪਣੀ ਥਿਊਰੀ ਦੇ ਵਿੱਚ। ਠੀਕ ਹੈ, ਇਹਨਾਂ ਨੇ ਕਿਹਾ ਕਿ ਇੰਡੀਆ ਦੇ ਵਿੱਚ ਲੜਾਈ ਤੋਂ ਬਾਅਦ ਮਿਲਟਰੀ ਦਾ ਵਿਕਾਸ ਕਰਨਾ, ਸਾਰਜੈਂਟ ਰਿਪੋर्ट ਉਸ ਨਾਲ ਸੰਬੰਧਿਤ ਸੀ। ਜੰਗ ਤੋਂ ਬਾਅਦ ਸਿੱਖਿਆ ਵਿਕਾਸ, ਠੀਕ ਹੈ, ਭਾਰਤ ਦੇ ਵਿੱਚ ਜੰਗ ਤੋਂ ਬਾਅਦ ਸਿੱਖਿਆ ਦਾ ਵਿਕਾਸ ਕਰਨਾ। ਭਾਰਤ ਵਿੱਚ ਯੁੱਧ ਤੋਂ ਬਾਅਦ ਦਾ ਆਰਥਿਕ ਵਿਕਾਸ ਜਾਂ ਆਰਥਿਕ ਵਿਕਾਸ ਕਰਨਾ। ਉਹ ਤੋਂ ਬਾਅਦ ਭਾਰਤ ਵਿੱਚ ਯੁੱਧ ਤੋਂ ਬਾਅਦ ਦਾ ਖੇਤੀਬਾੜੀ ਵਿਕਾਸ। ਠੀਕ ਹੈ, ਇਹਨਾਂ ਨੇ ਪੁੱਛਿਆ ਕਿ ਸਾਰਜੈਂਟ ਰਿਪੋर्ट ਕਿਹਦੇ ਨਾਲ ਸੰਬੰਧੀ ਸੀਗੀ? ਮਿਲਟਰੀ ਨਾਲ। ਹੈਗੀ ਸੇਮ ਹੀ ਗੱਲ ਹੈ, ਭਾਰਤ ਵਿੱਚ ਲੜਾਈ ਤੋਂ ਬਾਅਦ। ਠੀਕ ਹੈ, ਜਿਹੜੀ ਸੈਕਿੰਡ ਵਰਲਡ ਵਾਰ ਹੋਈ ਸੀ ਉਹਦੇ ਯੁੱਧ ਤੋਂ ਬਾਅਦ ਮਿਲਟਰੀ 'ਚ ਵਿਕਾਸ ਕਰਨਾ ਸੀ, ਸਿੱਖਿਆ 'ਚ ਵਿਕਾਸ ਕਰਨਾ ਸੀ, ਆਰਥਿਕ ਵਿਕਾਸ ਕਰਨਾ ਸੀ ਜਾਂ ਖੇਤੀਬਾੜੀ ਵਿਕਾਸ ਕਰਨਾ ਸੀ। ਠੀਕ ਹੈ, ਮਿਲਟਰੀ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਆਪਾਂ ਨੇ ਬਹੁਤ ਹੀ, ਠੀਕ ਹੈ, ਇਹਦੇ ਆਰਥਿਕ ਵਿਕਾਸ ਮਤਲਬ ਫਾਈਨੈਂਸ਼ੀਅਲ ਕ੍ਰਾਈਸਿਸ ਜਾਂ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ। ਠੀਕ ਹੈ, ਇਕਨੋਮਿਕਲੀ ਜੋ ਵਿਕਾਸ ਹੁੰਦਾ ਹੈ, ਖੇਤੀਬਾੜੀ ਦੇ ਵਿੱਚ, ਐਗਰੀਕਲਚਰਲ। ਠੀਕ ਹੈ, ਤਾਂ ਇਹਦੇ ਵਿੱਚ ਕੀ ਆ ਜਾਊਗਾ? ਜੰਗ ਤੋਂ ਬਾਅਦ ਜਾਂ ਯੁੱਧ ਤੋਂ ਬਾਅਦ ਭਾਰਤ ਵਿੱਚ ਸਿੱਖਿਆ ਦਾ ਵਿਕਾਸ। ਠੀਕ ਹੈ, ਭਾਰਤ ਵਿੱਚ ਜੰਗ ਤੋਂ ਬਾਅਦ ਸਿੱਖਿਆ 'ਚ ਮਤਲਬ ਸਿੱਖਿਆ ਦਾ ਵਿਕਾਸ। ਠੀਕ ਹੈ, ਸਮਝ ਗਏ? ਚਲਿਏ ਅੱਗੇ। ਇੱਕ ਇਹ ਦੇਖੋ ਜੀ, ਨਿਮਿਤ ਲਿਖਿਤ ਵਿੱਚੋਂ ਕਿਹੜਾ ਸਾਰਜੈਂਟ ਯੋਜਨਾ ਨਾਲ ਸੰਬੰਧਿਤ ਸੀ? ਸੰਪਰਦਾਇਕ ਪ੍ਰਤੀਨਿਧਤਾ, ਵਿਦਿਅਕ ਵਿਕਾਸ, ਅਖਾਲ ਨਿਰੀਖਣ ਜਾਂ ਸੰਵਿਧਾਨਿਕ ਸੁਧਾਰ? ਵਿਦਿਅਕ ਵਿਕਾਸ। ਠੀਕ ਹੈ, ਤਾਂ ਆਪਾਂ ਨੂੰ ਹੁਣ ਪਤਾ ਹੀ ਹੈ ਕਿ ਜਿਹੜੀ ਸਾਰਜੈਂਟ ਯੋਜਨਾ ਆਪਾਂ ਇੰਨੀ ਰੀਡ ਕੀਤੀ ਹੈ ਉਹ ਕਿਹਦੇ ਨਾਲ ਰਿਲੇਟਿਡ ਹੈ ਜੀ? ਐਜੂਕੇਸ਼ਨ ਨਾਲ ਰਿਲੇਟਿਡ ਹੈਗੀ ਹੈ। ਠੀਕ ਹੈ, ਇੱਥੇ ਤੱਕ ਸਾਰਿਆਂ ਨੂੰ ਸਮਝ ਆ ਗਿਆ? ਸਭ ਨੂੰ ਕਲੀਅਰ ਹੈ ਜੀ? ਇੱਥੇ ਆਪਣਾ ਡਿਵੈਲਪਮੈਂਟ ਇਨ ਵੈਸਟ ਐਂਡ ਡਿਵੈਲਪਮੈਂਟ ਇਨ ਇੰਡੀਆ ਰਿਗਾਰਡਿੰਗ ਐਜੂਕੇਸ਼ਨ ਪੂਰਾ ਹੁੰਦਾ ਹੈ। ਮਤਲਬ ਪੱਛਮ ਦੇ ਵਿੱਚ ਵਿਕਾਸ, ਠੀਕ ਹੈ, ਕਿਵੇਂ ਹੋਇਆ, ਤੇ ਫਿਰ ਇਹ ਭਾਰਤ ਵਿੱਚ ਵਿਕਾਸ ਕਿਵੇਂ ਹੋਇਆ, ਇੱਥੇ ਇਹ ਪੂਰਾ ਹੁੰਦਾ ਹੈ। ਹੁਣ ਅੱਗੇ ਆਪਾਂ ਹੋਰ ਪੜਾਂਗੇ। ਠੀਕ ਹੈ, ਜੋ ਜੋ ਇੰਪੋਰਟੈਂਟ ਸੀ, ਜੋ ਕਮੇਟੀਜ਼, ਜੋ ਬੰਦੇ ਇੰਪੋਰਟੈਂਟ ਸੀ, ਜੋ ਯੋਜਨਾਵਾਂ ਇੰਪੋਰਟੈਂਟ ਸੀ, ਉਹ ਮੈਂ ਸਾਰੀਆਂ ਤੁਹਾਨੂੰ ਕਰਵਾ ਦਿੱਤੀਆਂ ਨੇ। ਕੁਝ ਹੋਰ ਲੱਗਿਆ ਮੈਨੂੰ ਇੰਪੋਰਟੈਂਟ? ਠੀਕ ਹੈ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਮੈਂ ਇਹ ਤੁਹਾਡੇ ਲੈਕਚਰਸ ਲਈ ਬਹੁਤ ਮਿਹਨਤ ਕਰਦੀ ਹਾਂ। ਠੀਕ ਹੈ, ਮੈਨੂੰ ਕੁਝ ਹੋਰ ਇੰਪੋਰਟੈਂਟ ਲੱਗਿਆ ਤਾਂ ਮੈਂ ਹੋਰ ਵੀ ਤੁਹਾਡੇ ਲਈ ਕੁਝ ਲੈ ਕੇ ਆਉਂਗੀ ਆਉਣ ਵਾਲੇ ਟਾਈਮ ਦੇ ਵਿੱਚ। ਠੀਕ ਹੈ, ਅਗਰ ਬੱਚਿਓ ਤੁਹਾਨੂੰ ਲੈਕਚਰ ਅੱਛੇ ਲੱਗ ਰਹੇ ਹੈ ਤਾਂ ਲਾਈਕ, ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਇਸ ਦੇ ਨਾਲ ਟੀਚਰ ਨੂੰ ਵੀ ਪਤਾ ਚੱਲਦਾ ਹੈ ਕਿ ਉਹਦੇ ਪੜ੍ਹਨ ਵਾਲੇ ਬੱਚੇ ਨੂੰ ਸਮਝ ਆ ਰਹੀ ਹੈ ਜਾਂ ਨਹੀਂ ਆ ਰਿਹਾ। ਠੀਕ ਹੈ, ਲਾਈਕ ਇੱਕ ਬੱਚੇ ਬਟਨ ਹੀ ਦਬਣਾ, ਕਮੈਂਟ 2 ਅਕਸ਼ਰ ਹੀ ਲਿਖਣੇ ਹੈ, ਸ਼ੇਅਰ ਵੀ ਇੱਕ ਬਟਨ ਦਬ ਕੇ ਤੁਸੀਂ ਸ਼ੇਅਰ ਕਰ ਦੇਣਾ। ਠੀਕ ਹੈ, ਜਿੱਥੇ ਅਸੀਂ ਇੰਨੀ ਮਿਹਨਤ ਕਰਦੇ ਹਾਂ ਬੱਚਿਓ ਤੁਹਾਡੇ ਲਈ, ਤੁਸੀਂ ਵੀ ਕੁਝ ਸੈਕਿੰਡਸ ਕੱਢ ਕੇ ਇਹ 3 ਕੰਮ ਕਰ ਦਿਆ ਕਰੋ। ਠੀਕ ਹੈ ਜੀ, ਹੁਣ ਅੱਗੇ ਆਓ ਜੀ, ਪ੍ਰੀ ਪ੍ਰਾਇਮਰੀ ਸਿੱਖਿਆ ਨਾਲ ਸੰਬੰਧਿਤ ਨੀਤੀਆਂ। ਠੀਕ ਹੈ, ਹੁਣ ਜਿਹੜੀ ਪ੍ਰੀ ਪ੍ਰਾਇਮਰੀ ਸਿੱਖਿਆ ਨਾਲ ਸੰਬੰਧਿਤ ਨੀਤੀਆਂ, ਪੋਲਿਸੀਜ਼ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨਸ। ਠੀਕ ਹੈ, ਹੁਣ ਆਪਾਂ ਕੀ ਪੜ੍ਹਨੀ ਹੈ? ਜਿਹੜੀਆਂ ਪੋਲਿਸੀਜ਼ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਪੋਲਿਸੀਜ਼ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਠੀਕ ਹੈ, ਪੋਲਿਸੀਜ਼ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਖਾਸ ਤੌਰ ਉੱਤੇ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ ਜੋ ਕੰਮ, ਮਤਲਬ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ ਸੀ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸੈਕੰਡਰੀ ਸਿੱਖਿਆ ਕਮਿਸ਼ਨ ਜੋ ਕਿ 1952-53 ਦੇ ਵਿੱਚ ਆਈ ਸੀ, 1952-53। ਠੀਕ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ।
ਉਹਦੇ ਬਾਰੇ ਆਪਾਂ ਗੱਲ ਕਰਾਂਗੇ। ठीक है जी, बड़े ही ध्यान नाल सुनना, इत्थे नहीं वो मैं लिख के आई, सुन लो, लिख लो, मैं तुहानूं अज डिक्टेट करवा के लिखवानी हाँ। ठीक है, इस कमीशन ने देखिया, इस कमीशन ने की देखिया सी, सैकेंडरी सिक्ख्या कमीशन ने की देखिया कि प्री प्राइमरी पढ़ा जिहड़े कि प्री प्राइमरी पढ़ा दे बच्चे ने, ठीक है, उन्हां नूं साथी ਅਤੇ मनोरंजन दीआं गतिविधियां द्वारा सीखण दी खुशी नाल जानू करवाया जाता है। ठीक है, सैकेंडरी सिक्ख्या कमीशन ने की देखिया कि ਜਿਹੜੇ प्री प्राइमरी पढ़ाਅ ਦੇ ਬੱਚੇ ਨੇ ਉਹਨਾਂ ਨੂੰ ਉਸ ਬੱਚੇ ਨੂੰ ਸਾਥੀ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਦੁਆਰਾ ਸਿੱਖਣ ਦੀ ਖੁਸ਼ੀ ਨਾਲ ਜਾਣੂ ਕਰਵਾਇਆ ਜਾਂਦਾ ਹੈ ਅਤੇ ਹੌਲੀ-ਹੌਲੀ ਜ਼ਿੰਦਗੀ ਵਿੱਚ ਸਹੀ ਆਦਤਾਂ, ਸਫਾਈ, ਰਹਿਣ ਸਹਿਣ ਦੇ ਢੰਗ ਵਿੱਚ ਅਗਵਾਈ ਕੀਤੀ ਜਾਂਦੀ ਹੈ। ਲਿਖ ਲਓ ਬੱਚੇ। ਇਸ ਦੇ ਨਾਲ ਸਮਾਜਿਕ ਆਦਤਾਂ ਦੀ ਕਾਸ਼ਤ ਵਿੱਚ ਬਾਅਦ ਵਿੱਚ ਕਮਿਊਨਿਟੀ ਲਈ ਬਹੁਤ ਜ਼ਰੂਰੀ ਹੈ। ਕਈ ਰਾਜਾਂ ਵਿੱਚ ਕੁਝ ਅਜਿਹੇ ਨਰਸਰੀ ਸਕੂਲ ਹਨ ਜੋ ਨਿੱਜੀ ਸੰਸਥਾਵਾਂ ਦੁਆਰਾ ਚਲਾਏ ਜਾਂਦੇ ਹਨ ਜਾਂ ਮਿਸ਼ਨਾਂ ਦੁਆਰਾ ਚਲਾਏ ਜਾਂਦੇ ਹਨ। ਸੈਕੰਡਰੀ ਸਿੱਖਿਆ ਕਮਿਸ਼ਨ ਨੇ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਦੇ ਸਮੂਹ ਲਈ ਨਰਸਰੀ ਸਕੂਲਾਂ ਦੀ ਸਿਫਾਰਿਸ਼ ਕੀਤੀ। ਠੀਕ ਹੈ, ਨਰਸਰੀ ਸਕੂਲ ਤੋਂ ਪਹਿਲਾਂ ਕਿਹੜੇ ਸਕੂਲ ਹੁੰਦੇ ਆ ਬੱਚਿਓ? ਨਰਸਰੀ ਸਕੂਲ ਤੋਂ ਪਹਿਲਾਂ ਹੁੰਦੇ ਆ ਜੀ ਕਿੰਡਰਗਾਰਟਨਸ। ਠੀਕ ਹੈ, ਹੁਣ ਜਿਹੜੀ ਕਿ ਸੈਕੰਡਰੀ ਸਿੱਖਿਆ ਕਮਿਸ਼ਨ ਆਈ, ਉਹਨਾਂ ਨੇ ਕੀ ਦੇਖਿਆ? ਉਹਨਾਂ ਨੇ ਦੇਖਿਆ ਕਿ ਜਿਹੜੇ ਪ੍ਰੀ ਪ੍ਰਾਇਮਰੀ ਬੱਚੇ ਨੇ, ਛੋਟੇ ਬੱਚੇ ਹੈ, ਉਹਨਾਂ ਨੂੰ ਅਗਰ ਆਪਾਂ ਉਹਨਾਂ ਦੇ ਫਰੈਂਡਸ ਦੇ ਨਾਲ ਜਾਂ ਉਹਨਾਂ ਨੂੰ ਕਿਸੇ ਚੀਜ਼ ਦੀ ਮਨੋਰੰਜਨ ਦੇ ਨਾਲ ਸਿਖਾਈਏ ਤਾਂ ਉਹ ਬਹੁਤ ਜਲਦੀ ਸਿੱਖਦੇ ਹੈ। ਠੀਕ ਹੈ, ਉਹ ਸਿੱਖਣ ਤੋਂ ਬਾਅਦ ਉਹਨਾਂ ਨੂੰ ਫਿਰ ਹੌਲੀ ਹੌਲੀ ਚੰਗੀ ਆਦਤਾਂ ਬਾਰੇ ਵੀ ਸਿਖਾਇਆ ਜਾਊਗਾ, ਜਿਵੇਂ ਕਿ ਸਾਫ਼ ਸਫਾਈ, ਨਹਾਉਣਾ ਧੋਣਾ, ਬਰਸ਼ ਕਰਨਾ। ਠੀਕ ਹੈ, ਜਾਂ ਸਮਾਜਿਕ ਤੌਰ ਤਰੀਕੇ ਉਹ ਹੌਲੀ ਹੌਲੀ ਫਿਰ ਸਿੱਖਦੇ ਜਾਣਗੇ। ਤਾਂ ਇਹ ਜਿਹੜੀ ਸੈਕੰਡਰੀ ਸਿੱਖਿਆ ਕਮਿਸ਼ਨ ਹੈ, ਇਹਨੇ ਵੀ ਸਿਫਾਰਿਸ਼ ਕੀਤੀ ਸੀ ਕਿ 3 ਤੋਂ 6 ਸਾਲ ਦੇ ਬੱਚਿਆਂ ਲਈ ਨਰਸਰੀ ਸਕੂਲਸ ਬਣਾਏ ਜਾਣ। ਠੀਕ ਹੈ, ਸੈਕੰਡਰੀ ਸਿੱਖਿਆ ਕਮਿਸ਼ਨ ਨੇ ਵੀ ਆਹੀ ਸਿਫਾਰਿਸ਼ ਕੀਤੀ ਸੀ ਕਿ ਇਹਨਾਂ ਲਈ ਨਰਸਰੀ ਸਕੂਲਸ 3 ਤੋਂ 6 ਸਾਲ ਦੇ ਬੱਚਿਆਂ ਲਈ ਨਰਸਰੀ ਸਕੂਲਸ ਬਣਾਏ ਜਾਣ। ਸਮਝ ਕੇ ਹੁਣ ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਸੈਕੰਡਰੀ ਸਿੱਖਿਆ ਕਮਿਸ਼ਨ 1952-53। ਠੀਕ ਹੈ, ਸੈਕੰਡਰੀ ਸਿੱਖਿਆ ਕਮਿਸ਼ਨ ਨੂੰ ਮੁਦਲੀਅਰ ਕਮਿਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਸੈਕੰਡਰੀ ਸਿੱਖਿਆ ਕਮਿਸ਼ਨ ਦਾ ਦੂਜਾ ਨਾਮ ਕੀ ਹੈ? ਮੁਦਲੀਅਰ ਕਮਿਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਕਮਿਸ਼ਨ ਦੀ ਇਹਦੀ ਨਿਯੁਕਤੀ ਕਦੋਂ ਹੋਈ ਸੀ ਬੱਚਿਓ? 23 ਸਤੰਬਰ 1952 ਨੂੰ ਕੀਤੀ ਗਈ ਸੀ ਅਤੇ ਇਹ ਭਾਰਤੀ ਸਿੱਖਿਆ ਪ੍ਰਣਾਲੀ ਦੇ ਖੇਤਰ ਵਿੱਚ ਵਾਪਰੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਸੀ। ਠੀਕ ਹੈ, ਜਿਹੜੀ ਸੈਕੰਡਰੀ ਸਿੱਖਿਆ ਕਮਿਸ਼ਨ ਹੈ ਉਹਨੂੰ ਮੁਦਲੀਅਰ ਕਮਿਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਕਮਿਸ਼ਨ ਦੀ ਨਿਯੁਕਤੀ ਦੀ ਡੇਟ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, 23 ਸਤੰਬਰ 1952। ਠੀਕ ਹੈ ਜੀ, ਤੇ ਇਹ ਜਿਹੜੀ ਭਾਰਤੀ ਸਿੱਖਿਆ ਪ੍ਰਣਾਲੀ ਦੇ ਖੇਤਰ ਵਿੱਚ ਵਾਪਰੀਆਂ ਸਭ ਤੋਂ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਸੀ। ਸਭ ਤੋਂ ਪਹਿਲਾਂ ਸੈਕੰਡਰੀ ਸਿੱਖਿਆ ਕਮਿਸ਼ਨ ਦਾ ਸਾਲ 1952-53। ਇਸ ਕਮਿਸ਼ਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਮੁਦਲੀਅਰ ਕਮਿਸ਼ਨ ਵੱਲੋਂ। ਠੀਕ ਦੇ ਨਾਮ ਵਜੋਂ। ਇਹਦੀ ਨਿਯੁਕਤੀ ਕਦੋਂ ਕੀਤੀ ਗਈ ਸੀ? 23 ਸਤੰਬਰ 1952 ਨੂੰ। ਠੀਕ ਹੈ, ਇਹਦੀ ਨਿਯੁਕਤੀ ਕੀਤੀ ਗਈ ਸੀ। ਇਹਦੇ ਵਿੱਚ ਕੀ ਸੀ ਜੀ? ਇਸ ਕਮਿਸ਼ਨ ਨੇ ਵੀ ਦੇਖ ਕੇ ਸਿਫਾਰਿਸ਼ ਕੀਤੀ ਸੀ ਕਿ ਨਰਸਰੀ ਸਕੂਲਸ ਹੋਣੇ ਚਾਹੀਦੇ ਨੇ। ਠੀਕ ਹੈ, ਸੈਕੰਡਰੀ ਸਿੱਖਿਆ ਕਮਿਸ਼ਨ ਦੇ ਉਦੇਸ਼ ਕੀ ਸੀਗੇ? ਇਹਦੇ 4 ਮੁੱਖ ਉਦੇਸ਼ ਸੀਗੇ। ਠੀਕ ਹੈ, ਕੀ? ਡੈਮੋਕ੍ਰੈਟਿਕ ਸਿਟੀਜ਼ਨਸ਼ਿਪ। ਠੀਕ ਹੈ, ਜਮਹੂਰੀ ਨਾਗਰਿਕਤਾ, ਇੰਪਰੂਵਮੈਂਟ ਆਫ ਵੋਕੇਸ਼ਨਲ ਐਫੀਸ਼ੀਐਂਸੀ, ਵੋਕੇਸ਼ਨਲ ਕੁਸ਼ਲਤਾ ਵਿੱਚ ਸੁਧਾਰ, ਡਿਵੈਲਪਮੈਂਟ ਆਫ ਪਰਸਨੈਲਿਟੀ, ਸ਼ਖਸੀਅਤ ਦਾ ਵਿਕਾਸ, ਐਜੂਕੇਸ਼ਨ ਫॉर ਲੀਡਰਸ਼ਿਪ ਲਈ ਸਿੱਖਿਆ। ਠੀਕ ਹੈ, ਇਹਦੇ ਮੁੱਖ ਉਦੇਸ਼ ਕੀ ਸੀਗੇ? 4 ਇਹਦੇ ਮੁੱਖ ਉਦੇਸ਼ ਸੀਗੇ ਜੀ ਕਿ ਇੱਕ ਤਾਂ ਡੈਮੋਕ੍ਰੈਟਿਕ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ, ਜਮਹੂਰੀ ਨਾਗਰਿਕਤਾ ਹੋਣੀ ਚਾਹੀਦੀ ਹੈ। ਠੀਕ ਹੈ, ਡੈਮੋਕ੍ਰੈਟਿਕ ਮਤਲਬ ਆਪਾਂ ਨੂੰ ਕਿਸੇ ਤੇ ਆਪਣੇ ਫੈਸਲੇ ਲੈਣ ਦੇ ਹੱਕ ਆਪਣੇ ਹੋਣੇ ਚਾਹੀਦੇ ਹੈ। ਠੀਕ ਹੈ, ਦੂਸਰਾ ਕੀ ਸੀ ਜੀ? ਜਿਹੜੀ ਕਿ ਵੋਕੇਸ਼ਨਲ ਐਫੀਸ਼ੀਐਂਸੀ ਹੈ ਉਹਦੇ ਵਿੱਚ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਤੀਸਰਾ ਕੀ ਸੀ ਜੀ?
ਪਰਸਨੈਲਿਟੀ ਦੇ ਡਿਵੈਲਪਮੈਂਟ ਹੋਣੀ ਚਾਹੀਦੀ ਹੈ। फोर्थ की सी लीडरशिप ਲਈ एजुकेशन ਆਪਾਂ ਨੂੰ प्रोवाइड करनी चाहिए है। ठीक है, एजुकेशन फॉर लीडरशिप। समझ आ गया स्टूडेंट्स? आई होप ਤੁਹਾਨੂੰ ਇਹ ਲੈਕਚਰ ਅੱਛਾ ਲੱਗਿਆ ਹੋਊਗਾ। ਬਾਕੀ ਆਪਾਂ ਸੈਕੰਡਰੀ ਸਿੱਖਿਆ ਕਮਿਸ਼ਨ ਨੂੰ ਕੱਲ ਨੂੰ ਕੰਟੀਨਿਊ ਕਰਾਂਗੇ। ਠੀਕ ਹੈ, ਅੱਜ ਲਈ ਇੰਨਾ ਹੀ। ਆਪਣੀ ਸਰਜੈਂਟ ਰਿਪੋਰਟ ਸੈਕੰਡਰੀ ਸਿੱਖਿਆ ਕਮਿਸ਼ਨ ਬਾਰੇ ਥੋੜਾ ਤੁਸੀਂ ਵੀ ਪੜ੍ਹਿਓ। ਠੀਕ ਹੈ, ਕੀ ਹੈ ਇਹਦੇ ਵਿੱਚ ਕੱਲ ਨੂੰ ਮੈਂ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਉਂਗੀ। ठीक है स्टूडेंट्स, सारे लैक्चर्स नू बहुत ही ध्यान नाल अपना लगाते रहो जी। अपनी एक क्लास हुंदी है जी 7 बजे जीके दी, उस तो बाद अपनी 9 बजे हुंदी है प्री प्राइमरी एजुकेशन की क्लास, तो एक नवी क्लास शुरू हुई है स्टूडेंट्स 10 बजे जो कि प्रैक्टिस सैट जिहदे विच कि प्रीवियस ईयर पेपर हैं। कल जो प्रैक्टिस सैट सी उहदे विच कंप्यूटर ते इंग्लिश करवाई गई सी। अज जिहड़ा प्रैक्टिस सैट होएगा उहदे विच रीजनिंग के क्वेश्चन आएंगे। काफ़ी बच्चों का कमेंट आया कि मैडम कंप्यूटर आऊगी। बच्चों प्रीवियस ईयर दे सिलेबस के विच हैगी सी, लेकिन हुंदे सिलेबस च नहीं सी, लेकिन फिर भी आपां कवर करवा दी सी। ठीक है, अगर किसी ने कोई होर भी एग्जाम देना है, जिमें कि बच्चे क्लैरिकल एग्जाम्स दिंदे हैं, पंजाब का कोई भी पेपर दिंदे हैं, तो वह प्रैक्टिस सैट उहदे लई भी बेनीफिशियल होणगे, क्योंकि पंजाब के सारे पेपरों के विच एक तरीके दे ही क्वेश्चनस पाए जाते हैं। लैवल का थोड़ा फर्क हुंदा है, तो कंप्यूटर वो बच्चे कर सकते हैं जिन्हों ने होर पेपर देने हैं। ठीक है स्टूडेंट्स, मिलते हैं आपां कल वाली क्लास के विच। ओके जी।